ਨੇ ਇੱਕ ਵਾਰੀ ਵੀ ਨਹੀਂ ਕੀਤੇ ਹੁੰਦੇ ਸੀ, ਪੰਪ ਦਾ ਕਲੇਮ ਹੀ ਨਹੀਂ ਹੁੰਦਾ। ਸਹੀ। ਤੇ ਇਹਦਾ ਪੰਪ ਕਿੰਨੀ ਦਫਾ ਕਰਵਾ ਚੁੱਕੇ ਜੇ ਹੁਣ ਤੱਕ ਤੁਸੀਂ? ਤਕਰੀਬਨ 7 ਤੋਂ 8 ਵਾਰ। ਸਹੀ। 7 ਤੋਂ 8 ਵਾਰ ਆ ਹੁਣ ਖੁੱਲਾ ਹੈ ਜਿਹੜਾ, ਇਹ ਵੀ ਸੂਤਰ ਨਹੀਂ ਪਿਆ। ਸਹੀ। ਨਹੀਂ ਹੋ ਇਹ ਜਿਹੜਾ ਸਰਦਾਰ ਜੀ ਹੁਣ ਪੰਪ ਲੈ ਕੇ ਲਾਇਆ ਤੇ ਪਰਕਨ ਦਾ ਪੰਪ ਆ, ਇਹ ਕਿੰਨੇ ਦਾ ਲੈ ਕੇ ਲਾਇਆ ਜੀ? 1.5 ਦਾ। 1.5 ਲੱਖ ਦਾ। ਤੇ अस्सलाम वालेकुम ਦੋਸਤੋ, ਲਓ ਜੀ ਦੋਸਤੋ, ਅਸੀਂ ਅੱਜ ਮੌਜੂਦ ਆ ਜੀ ਜ਼ਿਲ੍ਹਾ ਕਸੂਰ ਦੇ ਅੰਦਰ ਤੇ ਸਰਦਾਰ ਸ਼ਰਾਫਤ ਡੋਗਰ ਸਾਹਿਬ, ਅਸੀਂ ਉਹਨਾਂ ਦੇ ਡੇਰੇ ਤੇ ਅੱਜ ਮੌਜੂਦ ਆ। ਤੇ ਇਹਨਾਂ ਨੇ ਟਰੈਕਟਰ ਲਿਆ ਸੀ 2024 ਮਾਡਲ ਡੀਲੈਕਸ 385। ਭਾਈ ਇਹ ਉਹੀ ਟਰੈਕਟਰ ਆ ਜਿਹਨੂੰ ਪੀਲੇ ਰੰਗ ਦਾ ਕਲਰ ਕੀਤਾ ਗਿਆ ਸੀ ਔਰ ਇਹਦੇ ਉੱਤੇ ਕੈਬਨ ਲਾਇਆ ਗਿਆ ਸੀ। ਹੁਣ ਹਾਲ ਦੀ ਘੜੀ ਦੇ ਅੰਦਰ ਕੈਬਨ ਲਾ ਕੇ ਤੇ ਭਾਈ ਰਿਹਾਜਾਈ ਛਾਤੇ ਦੇ ਉੱਤੇ ਫਿੱਟ ਕੀਤੀ ਗਈ ਆ। ਤੇ ਅਸੀਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਇਹ ਟਰੈਕਟਰ ਤੁਸੀਂ ਕਿੰਨਾ ਚਲਾਇਆ ਵਾ ਔਰ ਇਸ ਟਰੈਕਟਰ ਨੇ ਤੁਹਾਨੂੰ ਕੀ ਇਹਦੇ ਵਿੱਚ ਕਮੀਆਂ ਪੇਸ਼ੀਆਂ ਆਈਆਂ ਨੇ ਔਰ ਕੀ ਇਹਦੇ ਅੰਦਰ ਮਸਲੇ ਮਸਾਇਲ ਆਏ ਨੇ। ਮੁਕੰਮਲ ਅਸੀਂ ਜਿਹੜੀ ਗੱਲਬਾਤ ਕਰਦੇ ਹਾਂ। अस्सलाम वालेकुम सरदार जी। वालेकुम अस्सलाम जी सरदार जी, की हाल चाल जी? सरदार जी सब तो पहले तो अपना तारफ करवाओ, फिर अपने इलाके का तारफ करवाओ जी। मेरा नाम है शराफत अली ते ਜ਼ਿਲ੍ਹਾ ਕਸੂਰ ਤੇ ਪਿੰਡ ਸਾਡਾ ਮਬੋਕੇ। ਤੇ ਇਹ ਅਸੀਂ ਡਿਲੈਕਸ ਟਰੈਕਟਰ ਲਿਆ ਸੀ ਤੇ ਮੈਂ ਤਾਂ ਇਹ ਅਪੀਲ ਕਰਨਾ ਪੈਣਾ ਭਰਾਵਾਂ ਕਿ ਜਿੱਥੋਂ ਤੱਕ ਵੀਡੀਓ ਜਾਏ ਵੀ ਇਹ ਟਰੈਕਟਰ ਦੁਬਾਰਾ ਨਾ ਲੈਣ। ਅਸੀਂ ਫਸ ਗਏ ਆ ਤੇ ਹੋਰ ਕੋਣਾ ਫਸੇ। ਸਹੀ। ਤੇ ਮਿਲਤ ਅੱਗੇ ਵੀ ਹੱਥ ਬੰਨ੍ਹੇ ਨੇ ਵੀ ਇਹਨੂੰ ਜਾਂ ਤਾਂ ਖਤਮ ਕਰ ਦਿਓ ਤੇ ਜਾਂ ਫਿਰ ਇਹਦੀਆਂ ਕਮੀਆਂ ਦੂਰ ਕਰ ਦਿਓ। ਇਹ ਸਰਦਾਰ ਜੀ ਜਦੋਂ ਲਿਆਏ ਉਹਦੇ ਤੁਸੀਂ ਬੜੀਆਂ ਛਾਲਾਂ ਮਾਰਦੇ। ਹਾਂਜੀ, ਅਸੀਂ ਉਦੋਂ ਡਿਲੈਕਸ ਹੀ ਕਰਦੇ ਸਨ। ਸਾਨੂੰ ਇਹ ਨਹੀਂ ਹੁੰਦਾ ਪਤਾ ਵੀ ਅਸੀਂ ਲੈਨੇ ਸਿਮਣਾ ਪਿਆ ਤਾਂ ਨਿਕਲਣਾ ਲੋਹਾ ਵੀ ਨਹੀਂ ਦਾ। ਅੱਛਾ ਉਸਤਾਦ ਜੀ, ਇਹਨੂੰ ਸਰਦਾਰ ਜੀ ਨੂੰ ਬੜਾ ਤੁਸੀਂ ਪੀਲਾ ਰੰਗ ਸ਼ੰਗ ਕੀਤਾ ਸੀ, ਕੈਬਨ ਲਾਇਆ ਸੀ। ਹਾਂਜੀ, ਇਹਦੀ ਉਹ ਕੈਬਨ ਸ਼ਾਬਨ ਕਿਉਂ ਲਾਤਾ, ਉਹ ਕੀ ਵਜ੍ਹਾ ਬਣੀ? ਉਹ ਜੀ ਉਸਮਾਨ ਐਂਟਰਪ੍ਰਾਈਜ਼ ਤੋਂ ਕੈਬਨ ਲਵਾਇਆ ਸੀ ਤੇ ਇੱਕ ਆਨੇ ਦਾ ਵੀ ਉਹਨਾਂ ਕੈਬਨ ਨਹੀਂ ਦਿੱਤਾ। ਉਹਦੇ ਵਿੱਚ ਬੰਦਾ ਬਹਿ ਜਾਂਦਾ ਸੀ ਤੇ ਮਲੂਮ ਹੁੰਦਾ ਸੀ ਤੰਦੂਰ 'ਚ ਬੈਠਾ ਹੈ, ਨਾ ਕੂਲਿੰਗ ਕਰਦਾ ਸੀ ਨਾ ਘੱਟਾ ਰੋਕਦਾ ਸੀ। ਯਾਨੀ ਕਿ ਹਰ ਕਿਸਮ ਦਾ ਉਹਦੇ ਨੁਕਸ ਪਾਇਆ ਜਾਂਦਾ ਸੀ। ਇਸ ਕਰਕੇ ਉਹ ਹੱਥ ਬੰਨ੍ਹ ਕੇ ਲੋਹੇ ਵਾਲਿਆਂ ਨੂੰ ਦਿੱਤਾ। ਆ ਜਿਹੜੇ ਸਕ੍ਰੈਪ ਚੁੱਕਦੇ ਨੇ ਉਹਨਾਂ ਨੂੰ ਵੀ ਲੈ ਜਾਓ ਤੇ ਸਾਡਾ 5 ਲੱਖ ਰੁਪਈਆ 4,60,000 ਉਹ ਪਾਣੀ ਫਿਰ ਗਿਆ ਉਹਦੇ। ਮਗਰੋਂ ਆਜੋ ਟਰੈਕਟਰ ਤੇ ਟਰੈਕਟਰ ਦਾ ਵੀ ਉਹੀ ਹਾਲ ਹੈ, ਜੇ ਜਾ ਕੈਬਨ ਦਾ ਸੀ ਇਹ ਤਾਂ ਲੈਂਦਾ ਕੋਈ ਨਹੀਂ ਤੇ ਅਸੀਂ ਦੇ ਵੀ ਦੇਣਾ। ਸਹੀ। ਲੋਹੇ ਦੇ ਭਾਈ। ਸਹੀ ਸਹੀ। ਅੱਛਾ ਸਰਦਾਰ ਜੀ, ਆਪਾਂ ਅਲਫ ਤੋਂ ਗੱਲਬਾਤ ਸ਼ੁਰੂ ਕਰੀਏ ਵੀ ਇਹ ਜੋ ਟਰੈਕਟਰ ਤੁਸੀਂ ਲਿਆ ਸਭ ਤੋਂ ਪਹਿਲਾਂ ਤੇ ਇਹ ਦੱਸੋ ਵੀ ਇਹ ਚੱਲ ਕਿੰਨਾ ਕੁ ਗਿਆ ਵਾ? ਇਹ ਭਾਈ ਜੀ 200 ਘੰਟਾ ਚੱਲਿਆ ਅਜੇ ਤੱਕ। ਸਹੀ। ਤੇ 200 ਚੱਲ ਗਿਆ ਤੇ 2000 ਵਾਰੀ ਅਸੀਂ ਇਹਨੂੰ ਖਿਲਾ ਬੈਠੇ ਆ। 2000 ਵਾਰੀ? ਹਾਂਜੀ, ਇਹਦਾ ਮੁਕੰਮਲ ਇੰਜਨ ਚੇਂਜ ਕੀਤਾ। ਇਹ ਕਲੇਮ ਦੇ ਅੰਦਰ ਚੇਂਜ ਹੋਇਆ ਵਾ ਕਿ ਜਾਂ ਗਾਰੰਟੀ ਤੋਂ ਬਾਅਦ? ਨਹੀਂ ਹੋਣਾ ਕੀਤਾ। ਕੀ ਵਜ੍ਹਾ ਬਣੀ ਸੀ? ਕਲੇਮ ਤੋਂ ਬਾਹਰ ਹੋ ਗਿਆ ਸੀ, ਕੋਈ 3 ਦਿਨਾਂ ਦਾ ਫਰਕ ਪਿਆ ਸੀ। 3 ਦਿਨ ਪਹਿਲੇ। ਮੇਨ ਗੱਲ ਇਹਦਾ ਮਸਲਾ ਕੀ ਕਰਦਾ? ਮਸਲਾ ਕੀ ਕਰਦਾ ਸੀ? ਨਾ ਇਹ ਹੱਲਾਂ ਖਿੱਚਦਾ ਸੀ, ਗਰਮ ਹੋਇਆ ਜਾਂਦਾ ਸੀ, ਇਹਨੂੰ ਹੁੰਦੀ ਸੀ ਅੱਗ ਲੱਗ ਜਾਂਦੀ, ਫਟ ਜਾਦਾ। ਤੇ ਤੇਲ ਐਵਰੇਜ ਵੀ 4 ਲੀਟਰ ਦੀ ਐਵਰੇਜ ਲੈਂਦਾ ਸੀ ਪਿਆ। ਸਹੀ। ਧੂੰ ਬਹੁਤ ਮਾਰਦਾ ਸੀ। ਖਿਚਾਈ ਨਾ ਅੱਲਾ ਨਾਂ ਦੀ ਸ਼ੈ ਕੋਈ ਨਹੀਂ ਸੀ ਖਿੱਚਦਾ, ਜਾਂਦਾ ਸੀ ਮੈਨੂੰ ਵਿਹਲੇ ਲਈ ਫਿਰ ਉਹ। ਸਹੀ। ਤੇ ਕੰਮ ਕੁਮ ਹੋਵੇ ਤੇ ਫਿਰ ਵਿਹਲੇ ਨੂੰ ਕਰ ਲਈਏ। ਸਹੀ। ਤੇ ਇਹ ਸਰਦਾਰ ਜੀ ਨੂੰ ਤੁਸੀਂ ਇੰਜਨ ਖਲਾਇਆ ਵਾ, ਇਸ ਦੇ ਅੰਦਰ ਕੀ ਮਸਲਾ ਨਿਕਲਿਆ ਵਾ? ਇਹਦੇ ਅੰਦਰ ਜਿਹੜੇ ਪਿਸਟਨ ਹੁੰਦੇ ਨੇ ਉਹ ਖੁੱਲੇ ਨਿਕਲੇ ਨੇ। ਖੁੱਲ ਗਏ ਸੀ? ਹਾਂਜੀ, ਉਹ ਖੁੱਲੇ ਸੀ ਅੱਲਾ ਦੇ ਹੁਕਮ ਨਾਲ। ਅੱਜ ਵੀ ਸਾਡੇ ਕੋਲ ਸਬੂਤ ਪਿਆ ਸ਼ਹਿਰ ਹੁੰਦਾ ਜਿਹੜਾ ਵਿੱਚੋਂ ਸਮਾਨ ਨਿਕਲਿਆ। ਸਹੀ। ਅੱਛਾ, ਹੁਣ ਜਿਹੜਾ ਇੰਜਨ ਤੁਸੀਂ ਕਰਵਾਇਆ ਉਸ ਦੇ ਅੰਦਰ ਕਿਹੜਾ ਸਮਾਨ ਪਾਇਆ ਵਾ? ਟੋਟਲੀ A to Z ਹੀ ਸਾਰਾ ਨਵਾਂ ਪਾਇਆ। ਕਿੰਨੇ ਕੁ ਪੈਸੇ ਲੱਗੇ ਤੁਹਾਡੇ ਇੰਜਨ ਦੇ? ਸਾਡਾ ਲੱਗ ਗਿਆ 5.5 ਲੱਖ ਰੁਪਏ। ਸਹੀ। ਖਾਲੀ ਇੰਜਨ ਤੇ। ਇੰਜਨ ਤੇ? ਹਾਂਜੀ, ਪਰਕੰਦਾ ਇੰਜਨ ਇਹਦੇ ਚ ਰਹਾਇਆ ਸਵਾਏ, ਯਾਨੀ ਕਿ ਬਲਾਕ ਤੋਂ ਇਲਾਵਾ? ਬਲਾਕ ਤੋਂ ਇਲਾਵਾ ਟੋਟਲ ਸਮਾਨ ਚੇਂਜ। ਸਹੀ। ਤੇ ਅੱਛਾ ਉਸਤਾਦ ਜੀ, ਇਹਦਾ ਜਦੋਂ ਤੁਸੀਂ ਨਵਾਂ ਲਿਆਂਦਾ ਸੀ ਇਹਦਾ ਜਿਹੜਾ ਪੰਪ ਸੀ ਉਹ ਵੀ ਖੁੱਲ ਗਿਆ ਸੀ? ਹਾਂਜੀ। ਉਹ ਕਿੰਨੀ ਦਫਾ ਪੰਪ ਦਾ ਕਲੇਮ ਕਰਕੇ ਦਿੱਤਾ ਸੀ ਕੰਪਨੀ ਨੇ? ਪੰਪ ਦਾ ਭਾਈ ਜਾਨ ਕੰਪਨੀ ਨੇ ਇੱਕ ਵਾਰੀ ਵੀ ਨਹੀਂ ਕੀਤੇ ਹੁੰਦੇ ਸੀ, ਪੰਪ ਦਾ ਕਲੇਮ ਹੀ ਨਹੀਂ ਹੁੰਦਾ। ਸਹੀ। ਤੇ ਇਹਦਾ ਪੰਪ ਕਿੰਨੀ ਦਫਾ ਕਰਵਾ ਚੁੱਕੇ ਜੇ ਹੁਣ ਤੱਕ ਤੁਸੀਂ? ਤਕਰੀਬਨ 7 ਤੋਂ 8 ਵਾਰ। ਸਹੀ। 7 ਤੋਂ 8 ਵਾਰ ਆ ਹੁਣ ਖੁੱਲਾ ਹੈ ਜਿਹੜਾ, ਇਹ ਵੀ ਸੂਤਰ ਨਹੀਂ ਪਿਆ। ਸਹੀ। ਨਹੀਂ ਹੋ ਇਹ ਸਰਦਾਰ ਜੀ ਹੁਣ ਪੰਪ ਲੈ ਕੇ ਲਾਇਆ ਤੇ ਪਰਕਨ ਦਾ ਪੰਪ ਆ, ਇਹ ਕਿੰਨੇ ਦਾ ਲੈ ਕੇ ਲਾਇਆ ਜੀ? 1.5 ਦਾ। 1.5 ਲੱਖ ਦਾ। ਤੇ ਇਹਨੂੰ ਵੀ ਕਰਵਾਇਆ ਵਾ? ਨਹੀਂ, ਇਹ ਤਾਂ ਜੈਨੂਇਨ ਫਿਟਿੰਗ ਚ ਆਇਆ ਨਾ। ਸਹੀ ਸਹੀ ਸਹੀ। ਤੇ ਹੁਣ ਕੀ ਸੂਰਤ ਹਾਲ ਹੈ ਇਹਦੀ? ਕੋਈ ਵੀ ਨਹੀਂ ਜੀ, ਪੰਪ ਵੀ ਚੇਂਜ ਕੀਤਾ, ਇੰਜਨ ਵੀ ਕੀਤਾ, ਇਹ ਤਿਕਰਾਂ ਕੋਈ ਸਮਝ ਨਹੀਂ ਆਉਂਦੀ ਵੀ ਕਰਦਾ ਕੀ, ਉਵੇਂ ਹੀ ਪਹਿਲੇ ਤਰ੍ਹਾਂ ਹੀ। ਤੇ ਇਹਦੇ ਵੇਟ ਕਿਉਂ ਲਾਤੇ ਜੇ? ਹਾਂਜੀ, ਇਹਦੇ ਵੇਟ ਕਿਉਂ ਲਾਤੇ? ਜ਼ਮੀਨਾਂ ਨਰਮ ਨੇ। ਹਾਂਜੀ। ਬਣਾਉਂਦਾ ਸੀ ਉਹਨਾਂ ਭਾਰ ਨਹੀਂ ਖਿੱਚਿਆ ਜਾਂਦਾ। ਸਹੀ। ਕਿਉਂਕਿ ਕੰਪਨੀ ਨੇ ਬਣਾਇਆ ਐਡਾ ਚੰਗਾ ਨਾ, ਮਾਸ਼ਾਅੱਲਾ। ਮੈਨੂੰ ਨਹੀਂ ਸਰਦਾਰ ਜੀ, ਤੁਸੀਂ ਸਮਝਦੇ ਕਿ ਸਾਨੂੰ ਵੇਟਾਂ ਦੀ ਜ਼ਰੂਰਤ ਹੈ ਜਾਂ ਨਹੀਂ ਹੈ? ਨਹੀਂ, ਵੇਟਾਂ ਦੀ ਫਜ਼ੂਲ ਆਈਟਮ ਹੈ, ਕੋਈ ਜ਼ਰੂਰਤ ਨਹੀਂ। ਬਲਕਿ ਪਾਕਿਸਤਾਨ ਦੇ ਕਿਸੇ ਵੀ ਹਿੱਸੇ 'ਚ ਮੇਰੇ ਖਿਆਲ 'ਚ ਵੇਟਾਂ ਦੀ ਜ਼ਰੂਰਤ ਨਹੀਂ ਹੈਗੀ। ਸਹੀ।
ਬਾਕੀ ਮਜ਼ੀਦ ਜੀ ਦੋਸਤਾਂ ਨੇ ਆਪਣੀ ਇਹ ਵੇਟਾਂ ਦੇ ਉੱਤੇ ਰਾਏ ਵੀ ਦੇਣੀ ਆ ਹਾਂਜੀ। ਹਰ ਇਲਾਕੇ ਦੇ ਹਿਸਾਬ ਨਾਲ। ਹਾਂਜੀ ਤੇ ਬਾਕੀ ਸਰਦਾਰ ਜੀ ਦਾ ਸਲੈਂਸਰ ਕਿਉਂ ਬਦਲ ਛੱਡਿਆ, ਇਹ ਕੀ ਵਜ੍ਹਾ ਬਣੀ? ਇਹਦੀ ਆਵਾਜ਼ ਨਹੀਂ ਸੀ ਸਹੀ, ਉਹ ਕੰਪਨੀ ਨੇ ਢੋਲ ਜਿਹਾ ਦਿੱਤਾ ਸੀ, ਇੱਕ ਤਾਂ ਕੋਝਾ ਬੜਾ ਲੱਗਦਾ ਸੀ ਹਾਂਜੀ ਤੇ ਦੂਜਾ ਉਹਦੇ ਵਿੱਚ ਧੂੰਆਂ ਐਵੇਂ ਨਿਕਲਦਾ ਸੀ ਜਿਵੇਂ ਪੱਠੇ ਦੀ ਚਿਮਣੀ ਚੋਂ ਨਿਕਲਦਾ ਹੈ। ਸਹੀ, ਇਸ ਕਰਕੇ ਉਹ ਵੀ ਲਾਤਾ। ਠੀਕ। ਅੱਛਾ ਸਰਦਾਰ ਜੀ, ਇਹਨੂੰ ਜੱਕ ਜਿਹੜੇ ਲਾ ਕੇ ਦਿੱਤੇ ਗਏ ਨੇ ਮਗਰ, ਹਾਂਜੀ ਉਹ ਜੱਕਾਂ ਦਾ ਵੀ ਕੋਈ ਫਾਇਦਾ ਕੋਈ ਮਹਿਸੂਸ? ਫਾਇਦਾ ਨਹੀਂ ਹੁੰਦਾ ਵੀ, ਬਿਲਕੁਲ ਉਹਨਾਂ ਦਾ ਕੋਈ ਫਾਇਦਾ। ਇੱਕ ਫਾਇਦਾ ਹੈਗਾ ਵੀ ਢਾਲਕ ਤੁਸੀਂ ਚੁੱਕਦੇ ਹੋ ਮਗਰ ਵਜ਼ਨ ਹੈ ਤੇ ਉਹ ਭਾਵੇਂ 10 ਦਿਨ ਚੁੱਕੀ ਰੱਖੇ, ਬਾਕੀ ਵਾਹਮਣ ਚ ਉਹਨਾਂ ਦਾ ਕੋਈ ਫਰਕ ਨਹੀਂ ਹੈਗਾ ਦੂਸਰੇ ਸਾਦੇ ਦਾ। ਤਿੰਨ ਸਿਰਫ ਇਹੀ ਫਰਕ ਹੈ ਵੀ ਵਜ਼ਨ ਚੁੱਕੀ ਰੱਖਦਾ। ਨਹੀਂ ਫਿਰ ਇਹਦੇ ਵੇਟਾਂ ਦਾ ਵੀ ਨਹੀਂ ਫਾਇਦਾ, ਉਹ ਤੂਤਰੀ ਜੀ ਦਾ ਵੀ ਨਹੀਂ ਫਾਇਦਾ ਜਿਹੜੀ ਲਾਤੀ ਸਲੈਂਸਰ, ਹਾਂਜੀ ਤੇ ਦੂਸਰਾ ਇਹਦੇ ਉਹ ਜੱਕਾਂ ਜਿਆਂ ਦਾ ਵੀ ਨਹੀਂ ਫਾਇਦਾ, ਤੇ ਇਹ ਫਿਰ ਐਵੇਂ ਤੁਸੀਂ 5-4 ਲੱਖ ਰੁਪਈਆ ਵੱਧ ਹਾਂਜੀ, ਭਰਿਆ। ਇਹ ਬਸ ਇਸ ਚੀਜ਼ ਦੀ ਸਮਝ ਨਹੀਂ ਸੀ ਨਾ, ਵੀ ਨਹੀਂ ਤਾਂ ਉਦੋਂ ਪਤਾ ਹੁੰਦਾ ਵੀ ਇਹ ਫਜ਼ੂਲ ਚੀਜ਼ਾਂ ਨੇ, ਇਹ ਲੈਣਾ ਹੀ ਨਹੀਂ ਸੀ। ਭਾਈ ਨਵੇਂ ਨਵੇਂ ਪੈਸੇ ਆਏ, ਬਹੁਤੇ ਆ ਗਏ ਪੈਸੇ। ਸਹੀ। ਇਹ ਬਸ ਮਸ਼ਵਰੇ ਵਾਲੇ 2-3 ਭਰਾ ਸੀ, ਉਹਨਾਂ ਆਖਿਆ ਵੀ ਡਿਲਕਸ ਲਵੋ ਤੇ ਸਾਨੂੰ ਡਿਲਕਸ ਤੇ ਫਸਾ ਦੇ ਤੇ ਆਪ ਹੁਣ ਬਣੇ ਤੇ ਨੇ। ਸਹੀ। ਅੱਛਾ ਸਰਦਾਰ ਜੀ, ਇਹ ਤੁਸੀਂ ਕਿੰਨੇ ਦਾ ਲਿਆ ਸੀ ਉਦੋਂ, ਕਿੰਨੀ ਕੀਮਤ ਸੀ ਜਦੋਂ ਤੁਹਾਨੂੰ ਇਹ ਮਿਲਿਆ ਸੀ? ਇਹ ਭਾਈ ਜੀ ਸਾਨੂੰ ਮਿਲਿਆ ਸਾਜੇ ਦਾ 48-75 ਦਾ। ਹੁਣ ਇਹਦੀ ਕੀਮਤ ਦਾ ਪਤਾ ਜੇ ਕਿੰਨੀ ਆ? ਨਹੀਂ ਜੀ ਹੁਣ ਦਾ ਨਹੀਂ ਪਤਾ। ਕਿੰਨੀ ਵਾਲਾ ਸਾਹਿਬ? 50 ਲੱਖ। 56 ਲੱਖ ਰੁਪਈਆ ਕੀਮਤ ਆ, 8 ਲੱਖ ਰੁਪਈਆ ਵੱਧ ਗਿਆ। ਤੇ ਇਹ ਤੁਹਾਨੂੰ ਮੇਰਾ ਖਿਆਲ ਲੱਗਦਾ 70 ਲੱਖ ਚ ਜਾ ਪਿਆ। ਸਾਨੂੰ ਇਹ 70 ਪਲੱਸ ਹੋ ਗਿਆ, ਸਾਨੂੰ 70 ਤੋਂ ਵੀ ਤਾਂ ਟੱਪ ਗਿਆ ਜਿੰਨਾ ਅਸੀਂ ਇਹਨਾਂ ਕਰ ਚੁੱਕੇ ਹਾਂ। ਕੰਪਨੀ ਨੇ ਦਾ 30 ਲੱਖ ਰੇਟ ਕਰਨਾ ਚਾਹੀਦਾ ਹੈ ਜੀ। ਸਹੀ। ਅੱਛਾ ਸਰਦਾਰ ਜੀ, ਇਹ ਜਿਹੜਾ ਡਿਲੈਕਸ ਵਾ, ਇਹਦੇ ਤੇ ਕੰਪਨੀ ਨੂੰ ਕੀ ਕਹਿਣਾ ਚਾਹੋਗੇ ਕਿ ਇਹਨੂੰ ਬੰਦ ਕਰ ਦਿੱਤਾ ਜਾਵੇ ਜਾਂ ਇਹਨੂੰ ਬਿਹਤਰ ਕੀਤਾ ਜਾਵੇ? ਕੀ ਇਹਦੀ ਤੁਸੀਂ ਹਰ ਚੀਜ਼ ਤੇ ਲਾ ਦਿੱਤੀ ਆ ਡਿਲੈਕਸ ਵਾਲੀ? ਅਸੀਂ ਤਾਂ ਨੇ ਇਹਨੂੰ ਬੰਦ ਕਰ ਦਿੱਤਾ ਜਾਣਾ ਚਾਹੀਦਾ, ਤੇ ਦੂਸਰਾ ਜਿਹੜਾ ਆਮ ਟਰੈਕਟਰ ਆਉਂਦਾ ਹੈ ਨਾ ਪਿਆ, ਹਾਂਜੀ ਪਹਿਲਾ ਸਾਦਾ 4x4 ਉਹ ਹੀ ਦੇਣਾ ਚਾਹੀਦਾ। ਇਹਦਾ ਬਿਲਕੁਲ ਜਿਹੜਾ ਇਹਦਾ 7-8 ਲੱਖ ਰੁਪਈਆ ਬਿਲਕੁਲ ਫਜ਼ੂਲ ਹੈ। ਸਹੀ ਸਮਝ ਨਹੀਂ ਆਉਂਦੀ ਵੀ ਉਹ 7-8 ਲੱਖ ਕਾਹਦਾ ਭਰ ਰਿਹਾ ਕਸਟਮਰ। ਸਹੀ ਅਸੀਂ ਤਾਂ ਇਹ ਚਾਹਣੇ ਆ ਕਿ ਅਸੀਂ ਫਸੇ ਆ, ਹੋਰ ਕੋਈ ਭਰਾ ਨਾ ਫਸੇ। ਸਹੀ। ਉਹ ਦੂਸਰਾ ਟਰੈਕਟਰ ਸਾਡਾ ਆਂਦਾ ਪਿਆ ਹੁਣੇ, ਅੱਲਾ ਉਹਦੇ ਮਗਰ ਪਾ ਤੇ ਚੈੱਕ ਕਰਾ ਦਿੰਦੇ ਆ, ਤੇ ਇਹਦੇ ਵੀ ਫੇਰੇ ਤੁਹਾਨੂੰ ਵੀਡੀਓ ਆ ਕੇ ਸ਼ਾਇਦ ਤੁਸੀਂ ਮੈਂ ਬਣਾਈ ਵੀਡੀਓ। ਹਾਂਜੀ ਉਹਦੀ ਵੀ ਬਣਾ ਦਿੰਦੇ ਆ, ਉਹਦਾ ਤੇ ਇਹਦਾ ਜ਼ਮੀਨ ਅਸਮਾਨ ਜਿੰਨਾ ਫਰਕ ਹੈ। ਅੱਛਾ ਹੁਣ ਤੁਸੀਂ ਕੀ ਮਾਡਲ ਉਹ 24 ਮਾਡਲ ਹੈ। ਕੰਪਨੀ ਨੂੰ ਕੀ ਮਸ਼ਵਰਾ ਦੇਣਾ ਚਾਹੁੰਦੇ ਪਏ ਇਹਨੂੰ ਖਤਮ ਕਰ ਦਿੱਤਾ ਹਾਂਜੀ ਜਾਏ? ਕੰਪਨੀ ਅੱਗੇ ਰਿਕੁਐਸਟ ਹੈ ਕਿ ਅਸੀਂ ਤਾਂ ਫਸ ਗਏ, ਦੁਬਾਰਾ ਨਾ ਕੋਈ ਫਸੇ, ਇਹਨੂੰ ਖਤਮ ਕਰ ਦਿਓ। ਸਹੀ। ਅੱਛਾ ਸਰਦਾਰ ਜੀ, ਇਹਦਾ ਤੋਰਾ ਕੰਪਨੀ ਦੇ ਜਿਹੜਾ ਵਾ ਆਮ ਸਾਦਾ ਜਿਹੜਾ ਉਹਦੇ ਨਾਲੋਂ ਜ਼ਿਆਦਾ ਵਾ? ਹਾਂਜੀ ਉਹਦੇ ਨਾਲੋਂ ਜ਼ਿਆਦਾ। ਸਹੀ ਆ। ਤੋਰੇ ਕਿੰਨਾ ਕੁ ਜ਼ਿਆਦਾ ਉਹਦੇ ਨਾਲੋਂ? ਤੋਰੇ ਦਾ ਉਹਦੇ ਨਾਲੋਂ ਫਰਕ ਹੈ ਕਾਫੀ। ਸਹੀ। ਤੇ ਸਿਰਫ ਮੇਰੇ ਖਿਆਲ 'ਚ ਤੋਰੇ ਦੀ ਵਜ੍ਹਾ ਤੋਂ ਹੀ ਇਹ ਨਾਕਾਮ ਹੈ। ਬਾਕੀ ਤਾਂ ਤੁਸੀਂ ਸਾਰਾ ਇਹਨੂੰ ਵੇਖੋ ਨਾ, ਸਾਦਾ ਵਾਲਾ ਕਰ ਦਿੱਤਾ। ਹਾਂਜੀ। ਇੱਧਰ ਸਾਡੇ ਨਾਲ ਸਾਦਾ ਵੀ ਹੈ, ਸਾਡੇ ਸਾਹਮਣੇ ਬਿਲਕੁਲ ਉਂਝ ਹੀ ਕਰ ਛੱਡਿਆ ਵਾ, ਤੇ ਫਿਰ ਵੀ ਇਹ ਹਲੇ ਵੀ ਜਿਹੜਾ ਸੂਤਰ ਨਹੀਂ ਹੋਇਆ। ਹਾਂਜੀ ਮੈਂ ਕਿਹਾ ਹੁਣ ਤੁਸੀਂ ਬਿਲਕੁਲ ਇਹਨੂੰ ਸਾਦੇ ਵਾਂਗੂ ਕਰ ਛੱਡਿਆ ਵਾ, ਹਾਂਜੀ। ਤੇ ਸੂਤਰੇ ਹਲੇ ਵੀ ਨਹੀਂ ਹੋਇਆ। ਨਹੀਂ ਅਜੇ ਵੀ ਇਹ ਆਂਦਾ ਵੀ ਮੇਰੇ ਮਗਰ 9 ਪਾਓ 40 ਵਾਲੀ। ਪਿਛਲਾ ਹਿੱਸਾ ਤਾਂ ਜੀ ਉਹ ਹੀ ਹੈ ਨਾ ਡਿਲੈਕਸ ਵਾਲਾ ਹੀ। ਹਾਂਜੀ ਅੱਗੋਂ ਹੀ ਚੇਂਜ, ਇੰਜਨ ਹੀ ਚੇਂਜ ਹੋਇਆ ਹੈ। ਸਹੀ ਪਿਛਲਾ ਵੀ ਜਿਆਦਾ ਚੇਂਜ ਕਰ ਦਿੱਤਾ ਜਾਏ ਤੇ ਫਿਰ ਇਹ ਸਾਦਾ ਹੀ ਬਣ ਜਾਏਗਾ। ਸਹੀ ਇਹ ਡਿਲੈਕਸ ਨਾਲੋਂ ਸਾਦਾ ਦਰਬਾਰ ਤੇ ਪਈਆਂ ਪਾ ਤੇ ਲਿਓ। ਸਹੀ। ਅੱਛਾ ਇਸ ਤੋਂ ਪਹਿਲਾਂ ਸਰਦਾਰ ਜੀ ਆਪਣੇ ਕੋਲ ਸਾਦਾ ਵੀ ਰਿਹਾ ਵਾ? ਹਾਂਜੀ ਫੋਰ। ਅੱਛਾ ਇਹਦੇ ਉਹਦੇ ਚ ਕੀ ਫਰਕ ਤੁਸੀਂ ਪਾਇਆ? ਹਾਂਜੀ ਉਹ ਇਹਦੇ ਉਹਦੇ ਚ ਸਿਰਫ ਟੋਰੇ ਦਾ ਹੀ ਇਹਦਾ ਫਾਇਦਾ ਹੈ ਜੇ ਥੋੜਾ ਜਿਹਾ ਫਾਸਟ ਟੁਰਦਾ ਉਹਦੇ ਨਾਲੋਂ, ਤੇ ਖਿੱਚਦਾ ਕੁਛ ਨਹੀਂ। ਅਦਰਵਾਈਜ਼ ਇਹ ਟਰੈਕਟਰ ਤਾਂ ਬੇਕਾਰ ਹੈ ਉਹਦੀ ਨਿਸਬਤ। ਇਹ ਟਰੈਕਟਰ ਜਿਹੜਾ ਬਹੁਤ ਜ਼ਬਰਦਸਤ ਹੈ। ਸਹੀ। ਹਾਂ ਬਾਕੀ ਹੁਣ ਸਰਦਾਰ ਜੀ ਅਸੀਂ ਇਹਦੇ ਵਿੱਚ ਨਾ ਤੇ ਕੰਪਨੀ ਦੀ ਬਤ ਕੋਈ ਕਰ ਰਹੇ ਆ, ਨਹੀਂ ਕਿਉਂਕਿ ਉਹ ਵੀ ਕੰਪਨੀ ਦਾ ਟਰੈਕਟਰ ਜਿਹਦੀ ਅਸੀਂ ਸ਼ਿਫਟ ਕਰ ਰਹੇ ਆ। ਜ਼ਿਮੀਦਾਰ ਜਿਹੜਾ ਬੰਦਾ ਹੈ ਨਾ, ਉਹ ਹੁਣ ਇਹਦਾ 55-56 ਲੱਖ ਰੁਪਈਆ ਭਰਦਾ ਹੈ। ਖੂਨ ਪਸੀਨੇ ਦੀ ਕਮਾਈ ਕੰਪਨੀ ਨੂੰ ਦਿੰਦਾ, ਕੰਪਨੀ ਕੋ ਉਹਦਾ ਕੋਈ ਰਿਟਰਨ ਦੇਵੇ ਨਾ ਕੋਈ ਚੀਜ਼ ਦੇਵੇ ਤੇ ਚਲੋ ਉਹ ਤਾਂ ਫਿਰ ਤਾਂ ਸਮਝ ਆਉਂਦੀ ਹੈ। ਹਾਂਜੀ ਇਹ ਹੁਣ ਬੇਕਾਰ ਟਰੈਕਟਰ ਹੈ, ਇੰਨੇ ਪੈਸੇ ਲਾ ਕੇ ਆ ਸਾਡਾ ਤਕਰੀਬਨ ਇਸ ਟਰੈਕਟਰ ਤੇ ਹਰ ਦੂਸਰੇ ਦਿਨ ਮਿਸਤਰੀ ਕਾਰੀਗਰਾਂ ਦੇ ਉੱਤੇ ਹੁੰਦਾ ਹੈ। ਸਹੀ। ਤੇ ਇਹ ਟਰੈਕਟਰ ਹੈ, ਇਹਨੂੰ ਕਰਮ ਵਾਲੇ ਨੂੰ ਕੋਈ ਟੈਨਸ਼ਨ ਹੀ ਨਹੀਂ। ਇਹ ਸਵੇਰ ਸ਼ਾਮ ਵਗਦਾ ਹੈ, ਇਹਨੇ ਕਦੇ ਕੋਈ ਕੰਮ ਨਹੀਂ ਕੱਢਿਆ। ਇਹਨੇ ਕੋਈ ਐਸਾ ਦਿਨ ਨਹੀਂ ਛੱਡਿਆ ਜਿਹਦੇ ਇਹਨੇ ਕੋਈ ਨਾ ਕੋਈ ਕੰਮ ਨਹੀਂ ਕੱਢਣਾ। ਤੇ ਇਹਦੇ ਨਾਲ ਉਸਤਾਦ ਜੀ ਮਖੌਲ ਵੀ ਬਣਦਾ ਲੋਕਾਂ ਦਾ ਸਰਦਾਰ ਜਿੰਨੇ ਆਪਣੇ ਏਰੀਆ ਹਾਂਜੀ ਸਾਡੇ ਰਿਸ਼ਤੇਦਾਰ ਜਿਹੜੇ ਨੇ ਉਹ ਪੁੱਛਦੇ ਨੇ ਵੀ ਟਰੈਕਟਰ ਜਿਹੜਾ ਨਵਾਂ ਲਿਆਂਦਾ ਸਾਜੇ ਡੀਲੈਕਸ ਉਹ ਕਿਦਾਂ ਦਾ ਹੈ। ਹਾਂਜੀ ਅਸੀਂ ਆਨੇ ਆ ਵੀ ਉਹ ਤਾਂ ਟਰੈਕਟਰ ਲੈਣਾ ਹੋਵੇ ਨਾ ਤੇ ਉਹ ਕਿਸੇ ਨੂੰ ਸਜ਼ਾ ਦੇਣੀ ਹੋਵੇ, ਉਹਨੂੰ ਇਹ ਡੀਲੈਕਸ ਦਾ ਮਸ਼ਵਰਾ ਦਿਓ ਵੀ ਉਹ ਲੈ ਲਵੇ। ਸਹੀ। ਬਿਹਤਰ ਉਹਦੇ ਨਾਲੋਂ 1000 ਦਰਜਾ ਹੈ ਸਾਦਾ, ਕੀਮਤ ਵੀ ਥੋੜੀ, ਟਰੈਕਟਰ ਵੀ ਪਾਏਦਾਰ, ਇਹਦੀ ਕੀਮਤ ਵੀ ਜ਼ਿਆਦਾ ਹੈ,
ਤੇ ਟਰੈਕਟਰ ਵੀ ਬੇਕਾਰ ਟਰੈਕਟਰ ਕੰਪਨੀ ਨੇ ਬਣਾਇਆ। ਵੇਖੋ ਨਾ ਸਰਦਾਰ ਜੀ, ਇਹਨਾਂ ਜਿੰਨਾ ਇਜ਼ਾਫੀ ਸਮਾਨ ਆਇਆ ਡੀਲਕਸ ਆ ਸਾਰਾ ਤੁਸੀਂ ਲਾ ਛੜਿਆ ਹਾਂਜੀ ਸਾਰਾ ਅਸੀਂ ਚੇਂਜ ਤੇ ਕੀਤਾ। ਉਹਦੇ ਨਾਲ ਬਿਹਤਰ ਨਹੀਂ ਫਿਰ ਸਾਦਾ ਲਾਓ, ਨਾ ਕੋਈ ਮਸਲਾ ਨਾ ਕੋਈ ਹਾਂਜੀ ਮਸਾਇਲ। ਕੀਮਤ ਵੀ ਥੋੜੀ ਤੇ ਕੰਮ ਵੀ ਬਿਹਤਰੀਨ ਕਰਦਾ। ਅੱਛਾ, ਬਾਕੀ ਸਰਦਾਰ ਜੀ ਕੰਪਨੀ ਨੂੰ ਕੀ ਪੈਗਾਮ ਦੇਣਾ ਚਾਹੁੰਦੇ ਜੇ ਹੁਣ ਤੁਸੀਂ? ਕੰਪਨੀ ਨੂੰ ਭਾਈਜਾਨ ਮੈਂ ਤਾਂ ਪੈਗਾਮ ਇਹ ਹੀ ਦੇਣਾ ਚਾਹਾਂਗਾ ਵੀ ਇਹ ਟਰੈਕਟਰ ਜਿਹੜਾ ਹੈ ਨਾ ਇਹਦੀ ਜ਼ਿਆਦਾ ਤੋਂ ਜ਼ਿਆਦਾ ਬਲਕਿ ਤੇ ਇਹ ਬੰਦ ਹੋਣਾ ਚਾਹੀਦਾ ਹੈ। ਤੇ ਜੇ ਅਗਰ ਇਹ ਕੰਪਨੀ ਦੇ ਵੀ ਰਹੀ ਹੈ ਨਾ ਤੇ ਇਹਦੀ 30 ਲੱਖ ਤੋਂ ਉੱਤੇ ਕੀਮਤ ਨਹੀਂ ਹੋਣੀ ਚਾਹੀਦੀ। ਜਿੰਨਾ ਕੋਈ ਟਰੈਕਟਰ ਕੰਮ ਦਾ ਹੈਗਾ ਹੈ ਨਾ, ਇਹ 30 ਕੁ ਲੱਖ ਦਾ ਹੋਵੇ ਤੇ ਫਿਰ ਜ਼ਿਮੀਂਦਾਰ ਇਹਨੂੰ ਚਲਾ ਸਕਦਾ। ਚਲੋ ਜਿਹੜਾ 20-25 ਉਤਲਾ ਹੈ ਉਹ ਉਹਦਾ ਕਾਰੀਗਰਾਂ ਨੂੰ ਦਿੱਤੀ ਜਾਏ ਤੇ ਉਹ ਕੰਮ ਚੱਲਦਾ ਫਿਰ। ਸਹੀ ਅਦਰਵਾਈਜ਼ ਇਹ ਟਰੈਕਟਰ ਬੰਦ ਹੋਣਾ ਚਾਹੀਦਾ ਹੈ। ਸਹੀ, ਤੇ ਇਹ ਸਾਦਾ ਹੀ ਬੇਕਾਰ ਰਹਿਣਾ ਹੈ। ਚਾਹੀਦਾ। ਸਾਦਾ ਰਹਿਣਾ ਚਾਹੀਦਾ, ਉਹ ਬਿਹਤਰ ਟਰੈਕਟਰ ਹੈ। ਜ਼ਿਮੀਂਦਾਰਾਂ ਦੇ ਵਿੱਚ ਉਹ ਕਰਮ ਵਾਲਾ ਕੰਮ ਵੀ ਕੋਈ ਨਹੀਂ ਕੱਢਦਾ। ਇਹ ਤੇ ਬਿਮਾਰੀ ਹੈ ਮੇਰੀ। ਸਹੀ ਸਹੀ। ਲਓ ਜੀ ਦੋਸਤੋ, ਇਹ ਸਰਦਾਰ ਜੀ ਹੁਣਾਂ ਦਾ ਫੀਡਬੈਕ ਸੀ। ਅਗਰ ਦੋਸਤੋ ਵੀਡੀਓ ਅੱਛੀ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ, ਚੈਨਲ ਤੇ ਨਵੇਂ ਤੇ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ, ਦੁਆਵਾਂ ਵਿੱਚ ਰੱਖਣਾ ਯਾਦ। ਓਕੇ, ਅੱਲਾ ਹਾਫਿਜ਼।